हम अवगुण भरे एक गुण नाही। अमृत छाड़ बिखै बिख खाई। माया मोह भरम पै भूले। सुत दारा स्यों प्रीत लगाई। एक उत्तम पंथ सुनियो गुर संगत। तिह मलंत जम त्रास मिटाई। एक अरदास भाट कीरत की। गुर रामदास राखो सरनाई। जेता समुंद सागर नीर भरिया। तेते अवगुण हमारे। दया करो किस महिर उपावो। बवदे पत्थर तारे। जीड़ा अगन बराबर तपै। भीतर वगै काती। परणवत नानक हुक्म पछाण। सुख होवै दिन राती। सतनाम वाहिगुरु साहिब जी। सतनाम वाहिगुरु साहिब जी। नातन करो तम अनक विद। रहन न पावो मीत। जीवत रहो हर हर भजो। नानक नाम प्रीत। नातन करो तम अनक विद। रहन न पावो मीत। जीवत रहो हर हर भजो। नानक नाम प्रीत। पावड़ी नैया नाण हो दृढ़ सही। बिनस जात एह हेत। गणती गणो न गण सको। ऊठ सिधारे केत। हणो पेखो सो विनसतो। कास्यों कहिए संग। ना या विद सही चित झूठो। माया रंग। नानक सोई संत सोए। भरम ते की चित भिन्न। अंधकूप ते तिह काढो। जिह होवहे सो प्रसन्न। ना कै हाथ समरथ ते। कारण करणै जोग। नानक ते उस्तत करो। नाहू कियो संजोग। नानक ते उस्तत करो। नाहू कियो संजोग। वाहिगुरु जी का खालसा। वाहिगुरु जी की फतेह। जुगो जुग अटल। चवर तख्त दे मालक। लोक परलोक दे राखे। जाहरा जहूर हाजरा हजूर सर्ब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है संगतां नूं। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਕਿਰਪਾ ਹੋਈ ਹੈ ਕਿ ਕਾਫੀ ਸਮੇਂ ਤੋਂ ਲੈ ਕੇ ਗੁਰੂ ਦੀ ਬਾਣੀ ਦੀ ਵਿਚਾਰ ਲੜੀਵਾਰ ਚੱਲ ਰਹੀ ਹੈ। ਗੁਰਬਾਣੀ ਦੀ ਵਿਚਾਰ 52 ਅੱਖਰੀ ਦੇ ਵਿੱਚ ਪਹੁੰਚੀ ਹੈ ਗੌੜੀ ਰਾਗ ਦੇ ਅੰਦਰ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਸਲੋਕ ਦੇ ਵਿੱਚ ਨਤਨ ਕਰੋ ਤੁਮ ਅਨਕ ਵਿਦ ਰਹਿਣ ਨਾ ਪਾਵੋ ਮੀਤ, ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ। ਗੁਰੂ ਅਰਜਨ ਦੇਵ ਮਹਾਰਾਜ ਜੀ ਨੰਗੇ ਦੀ ਆਵਾਜ਼ ਜੱਜੇ ਦੀ ਨਾ ਨਿਕਲੇ ਧਿਆਨ ਨਾਲ ਉਚਾਰਨ ਕਰਨਾ ਨਾਤਨ ਭਾਵ ਯਤਨ ਨਹੀਂ ਕਹਿਣਾ। ਨਾਤਨ ਕਰੋ ਤੁਮ ਅਨਕ ਵਿਦ ਰਹਿਣ ਨਾ ਪਾਵੋ ਮੀਤ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਦੁਨੀਆ ਵਿੱਚ ਰਹਿਣ ਵਾਸਤੇ ਅਨੇਕ ਤਰ੍ਹਾਂ ਦੇ ਨਤਨ ਉਪਾਅ ਤੁਸੀਂ ਕਰਦੇ ਹੋ ਕਿ ਦੁਨੀਆ ਵਿੱਚ ਰਹਿਣ ਵਾਸਤੇ ਅਨੇਕਾਂ ਤਰ੍ਹਾਂ ਦੇ ਯਤਨ ਉਪਾਅ ਤੁਸੀਂ ਕਰਦੇ ਹੋ, ਪਰ ਮਹਾਰਾਜ ਜੀ ਕਹਿਣ ਲੱਗੇ ਰਹਿਣ ਨਾ ਪਾਵੋ ਮੀਤ। ਹੇ ਮੀਤ, ਹੇ ਮਿੱਤਰੋ, ਹੇ ਸੱਜਣੋ, ਸੰਸਾਰ ਵਿੱਚ ਰਹਿਣ ਨਹੀਂ ਪਾਵੋਗੇ। ਇੱਥੇ ਸਦਾ ਰਹਿਣਾ ਨਹੀਂ ਕਿ ਦੁਨੀਆ ਵਿੱਚ ਰਹਿਣ ਵਾਸਤੇ ਅਨੇਕ ਤਰ੍ਹਾਂ ਦੇ ਯਤਨ ਉਪਾਅ ਤੁਸੀਂ ਕਰਦੇ ਹੋ। ਰਹਿਣ ਨਾ ਪਾਵੋ ਮੀਤ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਹੇ ਸੱਜਣੋ, ਹੇ ਮਿੱਤਰੋ, ਸੰਸਾਰ ਦੇ ਵਿੱਚ ਰਹਿਣ ਨਹੀਂ ਪਾਵੋਗੇ, ਇੱਥੇ ਸਦਾ ਨਹੀਂ ਰਹਿਣਾ। ਜੈਸਾ ਕਿ ਅੰਤ ਮਰੈ ਪਛਤਾਏ ਪ੍ਰਿਥੀ, ਪਾਰ ਜੇ ਜਗ ਮੈਂ ਅਵਤਾਰ ਕਹਾਏ। ਦਸਮ ਗ੍ਰੰਥ ਦੀ ਬਾਣੀ ਹੈ ਕਿ ਅੰਤ ਨੂੰ ਹਰੇਕ ਨੇ ਇੱਥੋਂ ਚਲੇ ਹੀ ਜਾਣਾ ਹੈ। ਅੰਤ ਮਰੈ, ਜਦੋਂ ਅੰਤ ਨੂੰ ਅਖੀਰ ਨੂੰ ਮਰਦਾ ਹੈ, ਫੇਰ ਪਛਤਾਉਂਦਾ ਹੈ ਕਿ ਮਨੁੱਖਾ ਜਨਮ ਦਾ ਜਿਹੜਾ ਸਮਾਂ ਸੀ ਐਵੇਂ ਲੰਘਾ ਲਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਜਿਤਨਾ ਚਿਰ ਜੀਵਤ ਜਿਉਂਦੇ ਹੋ ਉਤਨਾ ਚਿਰ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰੋ। ਪਰ ਨਾਮ ਪ੍ਰੀਤੀ ਕਰਕੇ ਜਪਿਆ ਜਾਂਦਾ ਹੈ। ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਤਨਾ ਚਿਰ ਵੀ ਜਿਉਂਦੇ ਹੋ ਉਤਨਾ ਚਿਰ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਭਜਨ ਸਿਮਰਨ ਕਰੋ। ਨਾਨਕ ਨਾਮ ਪ੍ਰੀਤ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਨਾਮ ਦੇ ਨਾਲ ਪ੍ਰੀਤੀ ਕਰਕੇ ਜਪਿਆ ਜਾਂਦਾ ਹੈ ਜੋ ਪਰਮੇਸ਼ਰ ਦਾ ਨਾਮ ਹੈ। ਨਾਮ ਵਿੱਚ ਪ੍ਰੀਤੀ ਕਰਕੇ ਹਰੀ ਵਾਹਿਗੁਰੂ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਸਿਮਰਨਾ ਕਰੋ, ਤਾਂ ਆਤਮਿਕ ਜੀਵਨ ਵਿੱਚ ਜਿਉਂਦੇ ਰਹੋਗੇ। ਮਹਾਰਾਜ ਜੀ ਸਮਝਾ ਰਹੇ ਹਨ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਕਿ ਉਹਨਾਂ ਦਾ ਜੀਵਨ ਹੀ ਸਫਲਾ ਹੁੰਦਾ ਹੈ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਕਰਕੇ ਧਿਆਉਣਾ ਕੀਤਾ ਹੈ। ਸਾਧ ਸੰਗ ਜਿਨੀ ਦਰਸ਼ਨ ਪਾਇਆ, ਜਿਨ੍ਹਾਂ ਨੇ ਸਤ ਸੰਗਤ ਦੁਆਰਾ ਪਰਮੇਸ਼ਰ ਦਾ ਦਰਸ਼ਨ ਕੀਤਾ ਹੈ, ਪਰਮੇਸ਼ਰ ਦੇ ਨਾਲ ਮਿਲੇ ਹੋਏ ਹਨ, ਉਹਨਾਂ ਨੇ ਹੀ ਨਾਮ ਜਪ ਕੇ ਇਸ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕੀਤਾ ਹੈ। ਅੱਗੇ ਪਾਵੜੀ ਦੇ ਵਿੱਚ ਮਹਾਰਾਜ ਜੀ ਸਮਝਾ ਰਹੇ ਹਨ, ਨਈਆਂ ਨਾਣਹੁ ਦਿਰੜ ਸਹੀ, ਬੇਨਸ ਜਾਤ ਇਹ ਹੇਤ। ਨੰਗੇ ਅੱਖਰ ਦੁਆਰਾ ਕਥਨ ਕਰਦੇ ਹਨ ਮਹਾਰਾਜ ਜੀ
ਕਿ ਇਹ ਗੱਲ ਸਹੀ ਨਿਸ਼ਚੇ ਕਰਕੇ ਪੱਕੀ ਜਾਣ ਲਓ ਕਿ ਇਹ ਦੁਨਿਆਵੀ ਪਦਾਰਥਾਂ ਦਾ ਪਿਆਰ ਨਾਸ ਹੋ ਜਾਣ ਵਾਲਾ ਹੈ। ਨਈਆਂ ਨਾਣਹੁ ਦਿਰੜ ਸਹੀ ਬਿਨਸ ਜਾਤ ਇਹ ਹੇਤ। ਨਈਏ ਅੱਖਰ ਦੁਆਰਾ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਗੱਲ ਸਹੀ ਨਿਸ਼ਚੇ ਕਰਕੇ ਦਿਰੜ ਕਰ ਲਓ, ਪੱਕੀ ਜਾਣ ਲਓ ਕਿ ਬਿਨਸ ਜਾਤ ਇਹ ਹੇਤ, ਕਿ ਇਹ ਦੁਨਿਆਵੀ ਪਦਾਰਥਾਂ ਦਾ ਹੇਤ, ਦੁਨਿਆਵੀ ਪਦਾਰਥਾਂ ਦਾ ਮੋਹ ਹੈ ਜਿਹੜਾ, ਇਹ ਨਾਸ ਹੋ ਜਾਣ ਵਾਲਾ ਹੈ। ਗਣਤੀ ਗਣੋ ਨਾ ਗਿਣ ਸਕੋ ਊਠ ਸਿੰਧਾਰੇ ਕੇਤ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਜੇ ਤੁਸੀਂ ਗਿਣਤੀ ਗਿਣੋ ਤਾਂ ਗਿਣ ਨਹੀਂ ਸਕਦੇ। ਗਣਤੀ ਗਣੋ ਨਾ ਗਣ ਸਕੋ ਊਠ ਸਿਧਾਰੇ ਕੇਤ। ਗੁਰੂ ਅਰਜਨ ਦੇਵ ਸੰਸਾਰੀ ਜੀਵਾਂ ਨੂੰ ਸਮਝਾ ਰਹੇ ਹਨ ਕਿ ਹੇ ਭਾਈ, ਜੇ ਤੁਸੀਂ ਗਿਣਤੀ ਗਿਣੋ ਤਾਂ ਗਿਣ ਨਹੀਂ ਸਕਦੇ ਕਿ ਊਠ ਸਿੰਧਾਰੇ ਕੇਤ। ਕੇਤ ਕਿਤਨੇ ਕੁ ਇੱਥੋਂ ਉੱਠ ਕੇ ਪਰਲੋਕ ਨੂੰ ਚਲੇ ਗਏ ਹਨ, ਕਿੰਨੇ ਹੀ ਇੱਥੇ ਆਏ ਹਨ ਅਤੇ ਕਿੰਨੇ ਹੀ ਇੱਥੋਂ ਚਲੇ ਗਏ ਹਨ। ਉਹਨਾਂ ਦੀ ਤੁਸੀਂ ਮਹਾਰਾਜ ਜੀ ਕਹਿਣ ਲੱਗੇ ਗਿਣਤੀ ਨਹੀਂ ਕਰ ਸਕਦੇ। ਸੰਸਾਰ ਆਈ ਜਾਂਦਾ ਜਾਈ ਜਾਂਦਾ। ਹਣੋ ਪੇਖੋ ਸੋ ਵਿਨਸਤੋ ਕਾਸਿਓ ਕਹੀਐ ਸੰਗ। ਜੋ ਪਸਾਰਾ ਵੇਖੀਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਜੋ ਪਸਾਰਾ ਇਸ ਜਗਤ ਦਾ, ਇਸ ਸੰਸਾਰ ਦਾ ਵੇਖੀਦਾ ਹੈ, ਸੋ ਵਿਨਸਤੋ, ਕਿ ਉਹ ਵਿਨਸਤੋ ਨਾਸ ਹੋ ਜਾਣ ਵਾਲਾ ਹੈ। ਜਿੰਨਾ ਵੀ ਇਸ ਸੰਸਾਰ ਦਾ ਪਸਾਰਾ ਹੈ, ਫੈਲਾ ਹੈ, ਉਹ ਸਾਰਾ ਵਿਨਸਤੋ ਨਾਸ ਹੋ ਜਾਣ ਵਾਲਾ ਹੈ। ਇਸ ਲਈ ਕਾਸਿਓ ਕਰੀਐ ਸੰਗ। ਇਸ ਲਈ ਕਿਸ ਨਾਲ ਮਿਲਾਪ ਕਰੀਏ ਕਿ ਸੰਸਾਰ ਤਾਂ ਇੱਥੋਂ ਚਲੇ ਜਾਣ ਵਾਲਾ ਹੈ। ਨਾਣਹੁ ਕਿਆ ਵਿਦ ਸਹੀ ਚਿਤ ਝੂਠੋ ਮਾਇਆ ਰੰਗ। ਨਾਣਹੁ ਕਿਆ ਵਿਦ ਸਹੀ ਚਿੱਤ ਝੂਠੋ ਮਾਇਆ ਰੰਗ, ਕਿ ਇਸ ਪ੍ਰਕਾਰ ਹਿਰਦੇ ਵਿੱਚ ਨਿਸ਼ਚੇ ਕਰਕੇ ਜਾਣਨਾ ਕਰੋ ਕਿ ਮਾਇਆ ਦਾ ਰੰਗ ਝੂਠਾ ਭਾਵ ਨਾਸ ਹੋ ਜਾਣ ਵਾਲਾ ਹੈ। ਨਾਨਤ ਸੋਈ ਸੰਤ ਸੋਏ ਭਰਮ ਤੇ ਕੀ ਚਿਤ ਭਿੰਨ। ਮਹਾਰਾਜ ਜੀ ਕਥਨ ਕਰਦੇ ਹਨ ਕਿ ਇਸ ਗੱਲ ਨੂੰ ਉਹੀ ਨਾਨਤ ਜਾਣਦਾ ਹੈ ਅਤੇ ਉਹੀ ਸੰਤ ਹੈ ਜਿਸ ਨੇ ਆਪਣਾ ਚਿੱਤ ਭਰਮ ਤੋਂ ਵੱਖਰਾ ਕੀਤਾ ਹੈ, ਭਿੰਨ ਕੀਤਾ ਹੈ। ਹਿਰਦੇ ਦੀ ਚਿੰਤਾ ਰੂਪੀ ਬਿਰਤੀ ਨੂੰ ਭਰਮ ਤੋਂ ਵੱਖਰਾ ਕੀਤਾ ਹੈ। ਉਹੀ ਸੰਤ ਹੈ ਜਿਸ ਨੇ ਆਪਣੇ ਆਪ ਨੂੰ ਸਾਧ ਲਿਆ ਹੈ, ਜਿਸ ਨੇ ਆਪਣੇ ਚਿੱਤ ਨੂੰ ਭਰਮ ਰੂਪੀ ਕਚਿੰਤ ਚਿੱਕੜ ਤੋਂ ਵੱਖਰਾ ਕਰ ਲਿਆ ਹੈ। ਉਹੀ ਸੰਤ ਜਨ ਹਨ। ਅੰਧ ਕੂਪ ਤੇ ਤਿਹ ਕੱਢੋ ਜਿਹੋ ਹੋਵਹੁ ਸੋ ਪ੍ਰਸੰਨ। ਅੰਧ ਕੂਪ ਤੇ ਤਿਹ ਕੱਢੋ ਜਿਹ ਹੋਵਹੁ ਸੋ ਪ੍ਰਸੰਨ। ਜਿਸ ਤੇ ਪਰਮੇਸ਼ਰ ਆਪ ਸੋ ਪ੍ਰਸੰਨਤਾ ਦੇ ਸਹਿਤ ਹੁੰਦਾ ਹੈ, ਉਸ ਨੂੰ ਸੰਸਾਰ ਰੂਪੀ ਅੰਨੇ ਖੂਹ ਤੋਂ ਕਿਰਪਾ ਦ੍ਰਿਸ਼ਟੀ ਕਰਕੇ ਕੱਢ ਲੈਂਦਾ ਹੈ। ਅੰਧ ਕੂਪ ਤੇ ਤਿਹ ਕੱਢੋ, ਜਿਸ ਤੇ ਪਰਮੇਸ਼ਰ ਆਪ ਪ੍ਰਸੰਨਤਾ ਦੇ ਸਹਿਤ ਹੁੰਦਾ ਹੈ, ਉਸ ਨੂੰ ਸੰਸਾਰ ਰੂਪੀ ਅੰਨੇ ਖੂਹ ਤੋਂ ਕਿਰਪਾ ਦ੍ਰਿਸ਼ਟੀ ਕਰਕੇ ਕੱਢ ਲੈਂਦਾ ਹੈ। ਹਣਾ ਕੈ ਹਾਥ ਸਮਰੱਥ ਤੇ ਕਾਰਨ ਕਰਨੈ ਜੋਗ। ਮਹਾਰਾਜ ਜੀ ਸਮਝਾ ਰਹੇ ਹਨ, ਅਣਾ ਦਾ ਭਾਵ ਹੈ ਕਿ ਇਸ ਸਮਰੱਥ ਪਰਮੇਸ਼ਰ ਦੇ ਹੱਥ ਵਿੱਚ ਸਭ ਕੁਝ ਹੈ। ਅਣਾ ਕੈ ਹਾਥ ਸਮਰੱਥ ਤੇ, ਕਿ ਅਣਾ ਕੈ ਜਿਸ ਸਮਰੱਥ ਪਰਮੇਸ਼ਰ ਦੇ ਹੱਥ ਵਿੱਚ ਸਭ ਕੁਝ ਹੈ, ਤੇ ਕਾਰਨ ਕਰਨੈ ਜੋਗ, ਜੋ ਸਭ ਕਾਰਜਾਂ ਦੇ ਕਾਰਨਾਂ ਦੇ ਕਰਨੇ ਲਾਇਕ ਹੈ। ਨਾਨਕ ਤੇ ਉਸਤਤ ਕਰੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਵਾਹਿਗੁਰੂ ਦੀ ਉਸਤਤ, ਉਸ ਵਾਹਿਗੁਰੂ ਦੀ ਵਡਿਆਈ ਕਰੋ
ਜਿਸ ਵਾਹਿਗੁਰੂ ਦੇ ਪਰਮੇਸ਼ਰ ਦੇ ਹੱਥ ਵਿੱਚ ਸਭ ਕੁਝ ਹੈ, ਸਭ ਕਾਰਨਾਂ ਦੇ ਕਰਨ ਲਾਇਕ ਹਨ, ਕਿ ਉਸ ਵਾਹਿਗੁਰੂ ਦੀ ਉਸਤਤ ਵਡਿਆਈ ਕਰੋ। ਅਣਾਹੂ ਕੀਓ ਸੰਜੋਗ, ਕਿ ਜਿਸ ਨੇ ਮਨੁੱਖਾ ਸਰੀਰ ਦਾ ਸੰਜੋਗ, ਮਨੁੱਖਾ ਸਰੀਰ ਦਾ ਮਿਲਾਪ ਕੀਤਾ ਹੈ, ਉਸ ਵਾਹਿਗੁਰੂ ਦੀ ਉਸਤਤ ਵਡਿਆਈ ਕਰਨਾ ਕਰੋ। ਸਲੋਕ ਟੂਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਓ। ਨਾਨਕ ਮਨ ਹੋਣਾ ਵਿਸਰੈ, ਗੁਣ ਨਿਧ ਗੋਵਿੰਦ ਰਾਏ। ਟੂਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ। ਨਾਨਕ ਮਨ ਹੋਣਾ ਵਿਸਰੈ, ਗੁਣ ਨਿਧ ਗੋਵਿੰਦ ਰਾਏ। ਪੌੜੀ ਟਹਿਲ ਕਰੋ ਤੋ ਏਕ ਕੀ, ਜਾਂਤੇ ਬਿਰਥਾ ਨਾ ਕੋਏ। ਮਨ ਤਨ ਮੁਖ ਹੀਐ ਬਸੈ, ਜੋ ਚਾਹੋ ਸੋ ਹੋਏ। ਟਹਿਲ ਮਹਿਲ ਤਾਂ ਕੋ ਮਿਲੈ, ਜਾਂ ਕੋ ਸਾਧ ਕਿਰਪਾਲ। ਸਾਧੂ ਸੰਗਤ ਤੋ ਵਸੈ, ਜੋ ਆਪਨ ਹੋਏ ਦਇਆਲ। ਟੋਹੇ ਟਾਹੇ ਬਹੁ ਭਾਵਨ, ਬਿਨ ਨਾਵੈ ਸੁਖ ਨਾਹੇ। ਟਲਹਿ ਜਾਮ ਕੇ ਦੂਤ ਤਿਹ, ਜੋ ਸਾਧੂ ਸੰਗ ਸਮਾਹੇ। ਬਾਰ ਬਾਰ ਜਾਓ ਸੰਤ ਸਦਕੇ, ਨਾਨਕ ਆਪ ਬਿਨਾਸੇ ਕਦ ਕੇ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ, ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਲੋਕ ਦੇ ਵਿੱਚ ਸਮਝਾ ਰਹੇ ਹਨ, ਟੂਟੇ ਬੰਧਨ ਜਨਮ ਮਰਨ, ਕਿ ਜਿਸ ਨੇ ਸ੍ਰੇਸ਼ਟ ਗੁਰਾਂ ਮਹਾਤਮਾ ਜਨਾਂ ਦੀ ਸਾਧ ਸੇਵ ਸੁਖ ਪਾਏ, ਕਿ ਮਹਾਤਮਾ ਜਨਾਂ ਦੀ ਸੇਵਾ ਟਹਿਲ ਕਰਕੇ ਆਤਮਿਕ ਸੁਖ, ਆਨੰਦ ਸੁਖ ਨੂੰ ਪਾਉਣਾ ਕੀਤਾ ਹੈ। ਟੁੱਟੇ ਬੰਧਨ ਜਨਮ ਮਰਨ, ਉਹਨਾਂ ਦੇ ਜਨਮ ਮਰਨ ਦੇ ਬੰਧਨ ਜੰਜਾਲ ਟੁੱਟ ਗਏ ਹਨ। ਟੁੱਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ, ਕਿ ਜਿਸ ਨੇ ਸ੍ਰੇਸ਼ਟ ਗੁਰਾਂ ਦੀ, ਮਹਾਤਮਾ ਜਨਾਂ ਦੀ ਟਹਿਲ ਕਰਕੇ, ਸੇਵਾ ਕਰਕੇ ਆਤਮਿਕ ਸੁਖ, ਆਨੰਦ ਪਾਉਣਾ ਕੀਤਾ ਹੈ। ਕਿ ਅੰਦਰ ਹਿਰਦੇ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਈ ਹੈ, ਜਿਨ੍ਹਾਂ ਨੂੰ ਉਹਨਾਂ ਦੇ ਜਨਮ ਮਰਨ ਦੇ ਬੰਧਨ ਟੁੱਟ ਗਏ ਹਨ। ਨਾਨਕ ਮਨ ਹੋਣਾ ਵਿਸਰੈ, ਗੁਣ ਨਿਧ ਗੋਵਿੰਦ ਰਾਏ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਸ ਲਈ ਗੁਣਾਂ ਦੇ ਨਿਧ ਖਜ਼ਾਨੇ ਰੂਪ ਗੋਬਿੰਦ ਪ੍ਰਿਥਵੀ ਦਾ ਰਾਜਾ, ਪਾਲਕ ਪਰਮੇਸ਼ਰ, ਉਸ ਦੇ ਅੰਤਸਕਰਨ ਵਿੱਚੋਂ ਭੁੱਲਦਾ ਨਹੀਂ, ਕਿ ਜਿਨ੍ਹਾਂ ਨੇ ਜਨਮ ਮਰਨ ਦੇ ਬੰਧਨ ਟੁੱਟੇ ਹਨ ਤੇ ਸ੍ਰੇਸ਼ਟ ਗੁਰਾਂ ਦੀ, ਮਹਾਤਮਾ ਜਨਾਂ ਦੀ ਸੇਵਾ ਕੀਤੀ ਹੈ, ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਸ ਲਈ ਉਹਨਾਂ ਦੇ ਖਜ਼ਾਨਾ ਰੂਪ ਗੋਬਿੰਦ ਪ੍ਰਿਥਵੀ ਦੇ ਰਾਜਾ, ਪਾਲਕ ਪਰਮੇਸ਼ਰ ਉਸ ਦੇ ਮਨੋਂ, ਉਸ ਦੇ ਅੰਤਸਕਰਨ ਵਿੱਚੋਂ, ਉਸ ਦੇ ਹਿਰਦੇ ਵਿੱਚੋਂ ਵਿਸਰਦਾ ਨਹੀਂ, ਭੁੱਲਦਾ ਨਹੀਂ। ਪੌੜੀ ਦੇ ਅੰਦਰ ਮਹਾਰਾਜ ਜੀ ਕਹਿਣ ਲੱਗੇ, ਟਹਿਲ ਕਰੋ ਤੋ ਏਕ ਕੀ। ਹੇ ਭਾਈ, ਕਿ ਟਹਿ ਕੇ ਅੱਖਰ ਦੁਆਰਾ ਕਥਨ ਕਰਦੇ ਹਨ, ਟੂਟੇ ਬੰਧਨ ਜਨਮ ਮਰਨ, ਕਿ ਟਹਿ ਕੇ ਅੱਖਰ ਦੁਆਰਾ ਉਪਦੇਸ਼ ਦੇ ਕੇ ਸੇਵਾ ਕਰਨੀ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਤਾਂ ਇੱਕ ਹਰੀ ਵਾਹਿਗੁਰੂ ਦੀ ਸੇਵਾ ਕਰੋ। ਹੇ ਭਾਈ, ਟਹਿ ਕੇ ਅੱਖਰ ਦੁਆਰਾ ਗੁਰੂ ਜੀ ਬਾਣੀ ਦੁਆਰਾ ਸਮਝਾ ਰਹੇ ਹਨ, ਜੇ ਸੇਵਾ ਕਰਨੀ ਹੈ ਤਾਂ ਇੱਕ ਹਰੀ ਵਾਹਿਗੁਰੂ ਦੀ ਸੇਵਾ ਕਰੋ। ਜਿਸ ਵਾਹਿਗੁਰੂ ਦੀ ਸੇਵਾ ਕਰਨ ਤੋਂ ਬਾਅਦ
ਕੋਈ ਵੀ ਬੇਅਰਥ, ਕੋਈ ਵੀ ਖਾਲੀ ਨਹੀਂ ਗਿਆ। ਜਿਹੜੇ ਵੀ ਪਰਮੇਸ਼ਰ ਦੀ ਅਕਾਲ ਪੁਰਖ ਦੀ ਸੇਵਾ ਕਰਦੇ ਸਨ ਉਹ ਖਾਲੀ ਨਹੀਂ ਗਏ। ਇਸ ਕਰਕੇ ਹੇ ਭਾਈ, ਇੱਕ ਹਰੀ ਵਾਹਿਗੁਰੂ ਅਕਾਲ ਪੁਰਖ ਦੀ ਸੇਵਾ ਕਰੋ, ਸਿਮਰਨ ਕਰੋ ਕਿ ਉਸ ਸਿਮਰਨ ਦੁਆਰਾ, ਸੇਵਾ ਦੁਆਰਾ ਫਿਰ ਖਾਲੀ ਨਹੀਂ ਜਾਈਂਦਾ। ਨਾਮ ਦੀ ਪੂੰਜੀ ਪੱਲੇ ਵੱਜ ਜਾਂਦੀ ਹੈ, ਜਿਸ ਨਾਮ ਨੇ ਪਰਲੋਕ ਦੇ ਵਿੱਚ ਸਹਾਇਤਾ ਕਰਨੀ ਹੈ। ਮਹਾਰਾਜ ਜੀ ਕਹਿਣ ਲੱਗੇ, ਮਨ ਤਨ ਮੁਖ ਹੀਐ ਬਸੈ, ਜੋ ਚਾਹੋ ਸੋ ਹੋਏ। ਜੇਕਰ ਉਹ ਵਾਹਿਗੁਰੂ ਮਨ ਤੇ ਤਨ ਸਰੀਰ 'ਚ, ਮੁਖ ਵਿੱਚ ਤੇ ਹਿਰਦੇ ਵਿੱਚ ਵਸ ਜਾਏ ਤਾਂ ਜੋ ਚਾਹੋ ਸੋ ਹੋਏ, ਕਿ ਉਹੀ ਫਲ ਪ੍ਰਾਪਤ ਹੋ ਜਾਏਗਾ ਜੋ ਮਨ ਨੂੰ ਚਾਹੁੰਦਾ ਹੋਏਗਾ। ਮਨ ਤਨ ਮੁਖ ਹੀ ਹੈ ਬਸੈ, ਜੋ ਚਾਹੋ ਸੋ ਹੋਏ। ਜੇਕਰ ਉਹ ਵਾਹਿਗੁਰੂ ਮਨ ਦੇ ਵਿੱਚ ਤੇ ਤਨ ਸਰੀਰ ਦੇ ਵਿੱਚ, ਮੁਖ ਦੇ ਵਿੱਚ ਤੇ ਹਿਰਦੇ ਵਿੱਚ ਵਸ ਜਾਏ, ਫਿਰ ਜੋ ਚਾਹੋਗੇ ਉਹੀ ਫਲ ਪ੍ਰਾਪਤ ਹੋ ਜਾਏਗਾ। ਟਹਿਲ ਮਹਿਲ ਤਾਂ ਕੋ ਮਿਲੈ, ਇਹ ਟਹਿਲ ਸੇਵਾ ਦਾ ਮਹਿਲ ਅਧਿਕਾਰ ਰੁਤਬਾ ਉਸ ਦੇ ਤਾਂ ਹੀ ਮਿਲਦਾ ਹੈ, ਉਸ ਨੂੰ ਮਿਲਦਾ ਹੈ ਜਾਂ ਕੋ ਸਾਧ ਕਿਰਪਾਲ, ਕਿ ਜਾਂ ਕੋ ਜਿਸ ਤੇ ਸਾਧ ਸ੍ਰੇਸ਼ਟ ਗੁਰੂ ਮਹਾਤਮਾ ਜਨ ਦੀ ਕਿਰਪਾਲਤਾ ਹੁੰਦੀ ਹੈ, ਦਿਆਲਤਾ ਹੁੰਦੀ ਹੈ, ਕਿ ਇਹ ਸੇਵਾ ਦਾ ਅਧਿਕਾਰ ਉਸ ਤਾਂ ਹੀ ਮਿਲਦਾ ਹੈ। ਸਤ ਸੰਗਤ ਰੂਪੀ ਮਹਿਲ ਦੀ, ਸੱਚੇ ਸਰੂਪ ਰੂਪੀ ਮਹਿਲ ਦੀ ਸੇਵਾ, ਉਸ ਪਰਮੇਸ਼ਰ ਦੀ ਸੇਵਾ ਤਾਂ ਉਸ ਨੂੰ ਮਿਲਦੀ ਹੈ ਜਿਸ ਤੇ ਸ੍ਰੇਸ਼ਟ ਗੁਰਾਂ ਮਹਾਤਮਾ ਜਨਾਂ ਦੀ ਦਿਆਲਤਾ ਹੁੰਦੀ ਹੈ। ਸਾਧੂ ਸੰਗਤ ਤੋ ਵਸੈ, ਜੋ ਆਪਨ ਹੋਏ ਦਿਆਲ। ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ, ਗੁਰਾਂ ਦੀ ਸੰਗਤ ਵਿੱਚ ਤਾਂ ਕੋਈ ਵਸਦਾ ਹੈ, ਜੋ ਆਪਨ ਆਪ ਪਰਮੇਸ਼ਰ ਦਿਆਲੂ ਹੋਵੇ, ਕਿ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਤਾਂ ਹੀ ਕੋਈ ਵਸਦਾ ਹੈ ਜੇ ਆਪ ਪਰਮੇਸ਼ਰ ਦਿਆਲੂ ਹੋਵੇ। ਟੋਹੇ ਟਾਹੇ ਬਹੁ ਭਾਵਨ, ਬਿਨ ਨਾਵੈ ਸੁਖ ਨਾਹੇ, ਕਿ ਬਹੁਤ ਭਾਵਨ, ਬਹੁਤ ਲੋਕ ਟੋਹੇ ਟਾਲੇ ਦੇਖੇ ਭਾਲੇ, ਕਿ ਖੋਜ ਖੋਜ ਕੇ ਦੇਖੇ ਹਨ, ਬੁਲੰਦ ਆਵਾਜ਼ ਬੋਲ ਬੋਲ ਕੇ ਬਹੁਤ ਭਾਵਨਾ ਨੂੰ ਵੇਖਿਆ ਹੈ, ਪਰ ਬਿਨ ਨਾਵੈ ਸੁਖ ਨਾਹੇ, ਪਰ ਨਾਮ ਤੋਂ ਬਗੈਰ ਕਿਤੇ ਵੀ ਸੁਖ ਨਹੀਂ। ਟੋਹੇ ਟਾਹੇ ਬਹੁ ਭਾਵਨ, ਕਿ ਬਹੁ ਭਾਵਨ ਲੋਕ ਵੇਖੇ ਭਾਲੇ, ਟੋਹ ਟਾ ਖੋਜ ਖੋਜ ਕੇ ਦੇਖੇ ਹਨ, ਕਿ ਬੁਲੰਦ ਆਵਾਜ਼ ਬੋਲ ਬੋਲ ਕੇ ਬਹੁਤ ਭਾਵਨਾ ਨੂੰ ਵੇਖਿਆ ਹੈ, ਪਰ ਨਾਮ ਤੋਂ ਬਗੈਰ ਕਿਤੇ ਵੀ ਸੁਖ ਨਹੀਂ ਹੈ। ਟਲਹੇ ਜਾਮ ਕੇ ਦੂਤ ਤੇ, ਜੋ ਸਾਧੂ ਸੰਗ ਸਮਾਹੇ। ਉਹਨਾਂ ਨੂੰ ਜਮ ਦੇ ਦੂਤ, ਟਲਹੇ ਹੁੰਦਾ ਛੱਡ ਜਾਂਦੇ ਹਨ, ਟਲਹੇ ਜਾਮ ਕੇ ਦੂਤ ਤੇ ਉਹਨਾਂ ਨੂੰ ਜਮਾਂ ਦੇ ਦੂਤ ਟਲਹੇ ਹੁੰਦਾ ਟਾਲ ਦਿੰਦੇ ਹਨ, ਛੱਡ ਜਾਂਦੇ ਹਨ। ਜੋ ਸਾਧੂ ਸੰਗ ਸਮਾਹੇ, ਜਿਹੜੇ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਪ੍ਰੇਮ ਕਰਕੇ ਸਮਾ ਜਾਂਦੇ ਹਨ, ਉਹਨਾਂ ਨੂੰ ਜਮਦੂਤ ਵੀ ਟਾਲ ਜਾਂਦੇ ਹਨ, ਛੱਡ ਜਾਂਦੇ ਹਨ। ਬਾਰ ਬਾਰ ਜਾਓ ਸੰਤ ਸਦਕੇ, ਨਾਨਕ ਪਾਪ ਵਿਨਾਸੇ ਕਦ ਕੇ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਮੈਂ ਮਹਾਤਮਾ ਜਨਾਂ ਦੇ ਉੱਪਰੋਂ ਬਾਰੰਬਾਰ ਮੁੜ ਮੁੜ ਕੇ ਬਲਿਹਾਰ ਕੁਰਬਾਨ ਜਾਂਦਾ ਹਾਂ। ਨਾਨਕ ਪਾਪ ਵਿਨਾਸੇ ਕਦ ਕੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਤਿਗੁਰਾਂ ਦੇ ਮਿਲਣੇ ਕਰਕੇ ਉਹਨਾਂ ਦੇ ਕਦੋਂ ਦੇ ਭਾਵ ਚਿਰੰਕਾਲ ਦੇ ਪਾਪ ਗੁਨਾਹ ਨਾਸ ਹੋ ਗਏ ਹਨ, ਕਿ ਜਿਹੜੇ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਪ੍ਰੇਮ ਕਰਕੇ ਸਮਾ ਜਾਂਦੇ ਹਨ,
कि महाराज जी कहन लगे मैं उन्हां तो बलिहार कुरबान जांदा हाँ जिन्हां नूं हरी दरगाह विच कोई ठाक नहीं पैंदी। महाराज जी ने बड़े ही विस्तार दे नाल समझाउणा कीता है कि बार बार जाओ संत सदके नानक पाप विनाशे कदके। इसलिए गुरु अर्जन देव महाराज जी उच्चारण करते हैं कि मैं महात्मा जनां दे उपरों बारंबार मुड़ मुड़ के बलिहार कुरबान जांदा हाँ। सतगुरु जी समझा रहे हैं कि सतगुरां दे मिलने करके उन्हां दे कदों दे भाव चिरंकाल दे पाप गुनाह नाश हो गए हैं कि जिन्हां ने श्रेष्ठ जनां दी संगत करके प्रेम करके संगत दे विच समाए हन। सलोक ठाक न होती तिन्हूं दर जिह होवहो सो प्रसन्न। जो जन प्रभ अपने करे नानक ते धन धन। सलोक दे अंदर महाराज जी कथन करते हैं ठाक न होती तिन्हूं दर जिह होवहो सो प्रसन्न कि तिन्हां नूं हरि दी दरगाह विच कोई ठाक कोई रोक नहीं हुंदी। जिन्हां दे उत्ते ओह परमेसर खुश हुंदा है प्रसन्न हुंदा है। ठाक न होती तिन्हूं दर जिह होवहो सो प्रसन्न। तिन्हां नूं परमेसर दे ज्ञान रूपी दर ते स्थित होण वास्ते साध संग रूपी दर विच कोई ठाक कोई रोक नहीं हुंदी। जिन्हां ते परमेसर खुश हुंदे हन। जो जन प्रभ अपने करे नानक ते धन धन। सतगुरु गुरु अर्जन देव महाराज जी समझा रहे हैं कि जेड़े जन जेड़े जीव हरि वाहिगुरु ने अपने बना लए हन ओह मन बाणी शरीर करके धनता दे जोग हन अते उन्हां दे माता पिता भी धनता दे जोग हन। जेड़े जीव हरि वाहिगुरु ने अपने बना लए हन। पौड़ी दे अंदर महाराज जी कथन करते हैं पौड़ी ठट्ठा मनुआ ठाहे नहीं जो सगल त्याग एक है लपटाही। ठट्ठे अखर द्वारा गुरु अर्जन देव महाराज जी कथन करते हैं कि ओह पुरख किसे दे मन नूं ਠਾਹ ਹੈ ਹੁੰਦਾ ਢਾਉਂਦੇ ਨਹੀਂ। ਉਹ ਪੁਰਖ ਕਿਸੇ ਦੇ ਮਨ ਨੂੰ ਢਾਉਂਦੇ ਨਹੀਂ ਭਾਵ ਕਿਸੇ ਨੂੰ ਦੁੱਖ ਨਹੀਂ ਦਿੰਦੇ। ਜੋ ਸਾਗਲ ਤਿਆਗ ਇੱਕ ਹੀ ਲਪਟਾਹੀ ਜਿਹੜੇ ਪੁਰਸ਼ ਸਾਗਲ ਸਭ ਧਿਆਨਾਂ ਨੂੰ ਛੱਡ ਕੇ ਇੱਕ ਵਾਹਿਗੁਰੂ ਵਿੱਚ ਲੰਪਟ ਭਾਵ ਮਿਲਦੇ ਹਨ ਇੱਕ ਮਿਕ ਹੋਏ ਹਨ। ਉਹ ਕਿਸੇ ਦੇ ਮਨ ਨੂੰ दुख नहीं दिंदे किसी दे मन नूं तकलीफ नहीं दिंदे। जेड़े पुरख के ध्यान जोड़ के एक वाहिगुरू दे विच ही लंपट हो जाते हैं वाहिगुरू दे उत्ते ही टेक रखते हैं। ठहक ठहक माया संग मूए। जो जीव माया दे नाल ठहक ठहक लग लग के भाव ठोकरां खा खा के मरे हैं। वो आकै कुशल न कतहूँ होए। उन्हां पुरखां दे ताही कदे कुशल हुंदा सुख प्राप्त नहीं हुंदा। ठहक ठहक माया संग मूए। जो जीव माया दे नाल लग लग के भाव ठोकरां खा के मूए मरे हैं उन्हां पुरखां दे ताई कतहूँ कदे कुशल सुख प्राप्त नहीं हुंदा। ਠਾਂਡ ਪਰੀ ਸੰਤੈ ਸੰਗ ਵਸਿਆ। ਮਹਾਰਾਜ ਜੀ ਕਹਿਣ ਲੱਗੇ ਉਹਨਾਂ ਦੇ ਮਨ ਵਿੱਚ ਠਾਂਡ ਸ਼ਾਂਤੀ ਪਈ ਹੈ ਜੋ ਸੰਤ ਜਨਾਂ ਦੀ ਸੰਗਤ ਨਾਲ ਬਸੇ ਹਨ, ਇਸਤਤ ਹੋਏ ਹਨ, ਸੰਗਤ ਦੇ ਵਿੱਚ ਆਏ ਹਨ। ਭਾਵ ਜਿਨ੍ਹਾਂ ਦਾ ਮਨ ਸਤ ਸੰਗਤ ਦੇ ਵਿੱਚ ਵਸਿਆ ਹੈ, ਉਹਨਾਂ ਦਾ ਉਸ ਸਤ ਸੰਗਤ ਦੇ ਵਿੱਚ
ਅੰਮ੍ਰਿਤ ਮਿਰਤੂ ਤੋਂ ਰਹਿਤ ਅੰਮ੍ਰਿਤ ਨਾਮ ਤਹਾਂ ਜੀ ਰਸਿਆ, ਕਿ ਉਹਨਾਂ ਦਾ ਸਤ ਸੰਗਤ ਦੇ ਵਿੱਚ ਅੰਮ੍ਰਿਤ ਮਿਰਤੂ ਤੋਂ ਰਹਿਤ ਨਾਮ ਜਪਣੇ ਕਰਕੇ ਚਿੱਤ ਰਸਿਆ ਹੋ ਗਿਆ ਹੈ, ਨਾਮ ਦਾ ਰਸਿਆ ਬਣ ਗਿਆ ਹੈ। ਭਾਵ ਉਹਨਾਂ ਦਾ ਹਿਰਦਾ ਨਾਮ ਦੇ ਵਿੱਚ ਤਦਾਕਾਰ ਹੋ ਗਿਆ ਹੈ, ਕਿ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਇਸਤਤ ਹੋ ਕੇ ਸਾਧ ਜਨਾਂ ਦੀ ਗੁਰੂ ਦੀ ਸੰਗਤ ਕੀਤੀ ਹੈ। ਠਾਕਰ ਆਪਣੇ ਜੋ ਜਨ ਪਾਇਆ, ਜਿਹੜੇ ਜਨ ਜਿਹੜੇ ਪੁਰਸ਼ ਆਪਣੇ ਠਾਕੁਰ ਮਾਲਕ ਸੁਆਮੀ ਪਰਮੇਸ਼ਰ ਨੂੰ ਭਾ ਗਏ ਹਨ, ਚੰਗੇ ਲੱਗੇ ਹਨ। ਨਾਨਕ ਉਆ ਕਾ ਮਨ ਸੀਤ ਲਾਇਆ। ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਉਹਨਾਂ ਦਾ ਮਨ, ਉਹਨਾਂ ਦਾ ਹਿਰਦਾ ਵਿਕਾਰਾਂ ਦੀ ਤਪਸ ਵੱਲੋਂ ਸੀਤ ਲਾਇਆ, ਸੀਤਲ ਭਾਵ ਠੰਡਾ ਹੋ ਗਿਆ ਹੈ। ਜਿਹੜੇ ਪੁਰਸ਼ ਆਪਣੇ ਸੁਆਮੀ ਮਾਲਕ ਪਰਮੇਸ਼ਰ ਨੂੰ ਚੰਗੇ ਲੱਗੇ ਹਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦਾ ਮਨ ਵਿਕਾਰਾਂ ਦੀ ਤਪਸ ਵੱਲੋਂ ਸੀਤਲ ਭਾਵ ਠੰਡਾ ਹੋ ਗਿਆ ਹੈ। ਸਲੋਕ ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਹੇ ਸਰਬ ਸ਼ਕਤੀਆਂ ਕਰਕੇ ਸਮਰੱਥ ਪਰਮੇਸ਼ਰ ਆਪ ਜੀ ਨੂੰ ਅਨਕ ਵਾਰ ਡੰਡੌਤ ਡੰਡੇਵਤ ਪੈ ਕੇ ਬੰਦਨਾ ਨਮਸਕਾਰ ਹੈ। ਹੇ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਪਰਮੇਸ਼ਰ ਆਪ ਜੀ ਨੂੰ ਅਨੇਕ ਵਾਰ ਡੰਡੌਤ ਹੈ, ਡੰਡੇਵਤ ਪੈ ਕੇ ਨਮਸਕਾਰ ਹੈ। ਡੰਡੇ ਦੀ ਨਿਆਈ ਜ਼ਮੀਨ ਤੇ ਸਿੱਧਾ ਲਿਟ ਕੇ ਆਪ ਜੀ ਨੂੰ ਮੱਥਾ ਟੇਕਦਾ ਹਾਂ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਵਾਹਿਗੁਰੂ ਕਿਰਪਾ ਰੂਪੀ ਹੱਥ ਦੇ ਕੇ ਸਾਡੇ ਮਨ ਨੂੰ ਡੋਲਣ ਤੋਂ ਭਟਕਣ ਤੋਂ ਰੱਖਣਾ ਕਰੋ। 4 ਪ੍ਰਕਾਰ ਦਾ ਮੰਗਲ ਹੁੰਦੇ ਹਨ। ਅਸੀਰਵਾਦ ਮੰਗਲ, ਨਮਸਕਾਰ ਮੰਗਲ, ਵਸਤੂ ਨਿਰਦੇਸ਼ ਮੰਗਲ, ਆਤਮ ਚਿੰਤਨ ਮੰਗਲ। ਇਸ ਸ਼ਲੋਕ ਵਿੱਚ ਗੁਰੂ ਜੀ ਨੇ 4 ਪ੍ਰਕਾਰ ਦਾ ਮੰਗਲ ਕਥਨ ਕੀਤਾ ਹੈ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ, ਕਿ ਇਹ ਨਮਸਕਾਰ ਆਤਮਕ ਮੰਗਲ ਹੈ, ਨਾਸਤਕ ਰੂਪ ਮੰਗਲ ਹੈ। ਇਹ ਵਸਤੂ ਨਿਰਦੇਸ਼ ਮੰਗਲ ਹੈ। ਨਿਰਗੁਣ ਤੇ ਸਰਗੁਣ ਸਰੂਪ 2 ਵਸਤੂਆਂ ਮੰਨ ਕੇ ਉਸਤਤ ਨਿਰਣਾ ਰੂਪ ਮੰਗਲ ਹੈ। ਅੱਗੇ ਮਹਾਰਾਜ ਜੀ ਕਹਿਣ ਲੱਗੇ, ਪੌੜੀ ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਨ। ਡੱਡੇ ਅੱਖਰ ਦੁਆਰਾ ਕਥਨ ਕਰਦੇ ਹਨ, ਇਹ ਸੰਸਾਰ ਰੂਪੀ ਘਰ ਡੇਰਾ ਰਹਿਣ ਦਾ ਥਾਂ ਨਹੀਂ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ। ਡੱਡੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਇਹ ਸੰਸਾਰ ਰੂਪੀ ਡੇਰਾ, ਸੰਸਾਰ ਰੂਪੀ ਘਰ ਰਹਿਣ ਦਾ ਥਾਂ ਨਹੀਂ, ਜਿਸ ਨੂੰ ਤੂੰ ਆਪਣਾ ਬਣਾ ਰਿਹਾ ਹੈ। ਜਹ ਡੇਰਾ ਤਹ ਜਾਨ, ਜਿੱਥੇ ਤੇਰਾ ਡੇਰਾ ਹੈ ਤਿਸ ਪਰਲੋਕ ਨੂੰ ਜਾਣਨਾ ਕਰ। ਇਹ ਸਰੀਰ ਰੂਪੀ ਡੇਰਾ ਤੇਰਾ ਨਹੀਂ ਹੈ। ਜੋ ਡੇਰਾ ਪਰਮਾਤਮਾ ਦਾ ਸਰੂਪ ਹੈ ਉਸ ਨੂੰ ਜਾਣਨਾ ਕਰ। ਭਾਵ ਸੱਚਖੰਡ ਰੂਪੀ ਡੇਰੇ ਨੂੰ ਜਾਣਨਾ ਕਰ। ਵਾ ਡੇਰਾ ਕਾ ਸੰਜਮ, ਗੁਰ ਕੈ ਸ਼ਬਦ ਪਛਾਨ। ਉਸ ਸਰੂਪ ਰੂਪੀ ਡੇਰੇ ਨੂੰ ਮਿਲਣ ਦਾ ਇਹ ਸੰਜਮੋ ਸਾਧਨ ਉਪਾਅ ਹੈ ਕਿ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਨੂੰ ਪਛਾਨਣਾ ਕਰ। ਯਾ ਡੇਰਾ ਕੋ ਸ਼ਰਮ ਘਾਲੈ, ਜਾਂ ਕਾ ਤਸੂ ਨਹੀਂ ਸੰਗ ਚਾਲੈ। ਇਸ ਡੇਰੇ ਵਾਸਤੇ ਬੜੀਆਂ ਤਕਲੀਫਾਂ ਕਰਕੇ ਕਮਾਉਂਦਾ ਹੈ। ਇਸ ਸਰੀਰ ਰੂਪੀ ਡੇਰੇ ਨੂੰ ਕਈ ਤਰ੍ਹਾਂ ਦੇ ਕਸ਼ਟ ਕਰਕੇ ਪਾਉਂਦਾ ਹੈ। ਜਿਸ
ਤੇਰੇ ਮਕਾਨਾਂ ਦਾ ਤਸੂ ਰੰਚਕ ਮਾਤਰ ਵੀ ਪਦਾਰਥ ਨਾਲ ਨਹੀਂ ਚੱਲਣਾ। ਵਾ ਡੇਰਾ ਕੀ ਸੋ ਮਿਤ ਜਾਣੈ, ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨੈ। ਉਸ ਸਰੂਪ ਰੂਪੀ ਡੇਰੇ ਦੀ ਮਿਤ ਮਰਜ਼ਾਦਾ ਨੂੰ ਉਹ ਪੁਰਖ ਜਾਣਦਾ ਹੈ ਜਿਸ ਦੇ ਉੱਪਰ ਵਿਆਪਕ ਪਰਮੇਸ਼ਰ ਦੀ ਕਿਰਪਾ ਰੂਪੀ ਦ੍ਰਿਸ਼ਟੀ ਨਾਦਰ ਹੋਈ ਹੈ। ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ, ਨਾਨਕ ਤੇ ਜਨ ਨਹਿ ਡੁਲਾਇਆ। ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ, ਜਿਸ ਨੇ ਸਾਧ ਸੰਗ ਸਤ ਸੰਗਤ ਦੁਆਰਾ ਸੱਚਾ ਅਚਲ ਸਰੂਪ ਰੂਪੀ ਡੇਰਾ ਪਾਇਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਪੁਰਖਾਂ ਨੇ ਪਦਾਰਥਾਂ ਵਿੱਚ ਮਨ ਡੋਲਣ ਨਹੀਂ ਦਿੱਤਾ, ਮਨ ਨੂੰ ਡੋਲਣ ਤੋਂ ਰੱਖਿਆ ਹੈ। ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ, ਨਾਨਕ ਤੇਜਨ ਨਹਿ ਡੁਲਾਇਆ। ਜਿਸ ਨੇ ਸਾਧ ਸੰਗ ਸਤ ਸੰਗਤ ਦੁਆਰਾ ਸੱਚਾ ਅਚਲ ਸਰੂਪ ਰੂਪੀ ਡੇਰਾ ਪਾਇਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਪੁਰਖਾਂ ਨੇ ਪਦਾਰਥਾਂ ਵਿੱਚ ਮਨ ਨੂੰ ਡੋਲਣ ਨਹੀਂ ਦਿੱਤਾ, ਡੋਲਣ ਤੇ ਚੂਕਾ ਠਹਿਰਾਇਆ। ਮਨ ਮਾਹੇ ਲੈ ਸਤ ਸਮਾਇਆ, ਕਿ ਜਿਨ੍ਹਾਂ ਨੇ ਆਪਣੇ ਮਨ ਨੂੰ ਡੋਲਣ ਤੋਂ ਰੋਕ ਲਿਆ ਹੈ, ਸਤ ਮਾਹੇ ਲੈ ਸਤ ਸਮਾਇਆ, ਉਹ ਉਸ ਪਰਮੇਸ਼ਰ ਦੇ ਵਿੱਚ ਸਮਾ ਗਏ ਹਨ, ਲੀਨ ਹੋ ਗਏ ਹਨ। ਜਿਨ੍ਹਾਂ ਨੇ ਵੀ ਪਰਮੇਸ਼ਰ ਨਾਲ ਬਿਰਤੀ ਜੋੜੀ ਹੈ ਤੇ ਪਦਾਰਥਾਂ ਵੱਲ ਆਪਣੇ ਮਨ ਨੂੰ ਡੋਲਣ ਨਹੀਂ ਦਿੱਤਾ, ਉਹਨਾਂ ਤੇ ਹੀ ਕਿਰਪਾ ਹੋਈ ਹੈ ਕਿ ਸੰਸਾਰੀ ਜੀਵ ਖਾਣ ਪੀਣ ਦੇ ਵਿੱਚ ਹੀ ਉਲਝ ਗਏ ਹਨ, ਪਰਮੇਸ਼ਰ ਦਾ ਨਾਮ ਭੁੱਲ ਗਏ ਹਨ। ਜੋ ਕਿ ਪਰਮੇਸ਼ਰ ਦਾ ਨਾਮ ਇਸ ਸੰਸਾਰ ਸਮੁੰਦਰ ਤੋਂ ਪਾਰ ਲਾਉਣ ਵਾਲਾ ਹੈ। ਸਮਾਂ ਹੋ ਚੁੱਕਿਆ ਹੈ। ਆਓ